गुरु प्यारी साध संगत जी रसना पवित्र करो फतेह बुलाओ। वाहिगुरु जी का खालसा वाहिगुरु जी की फतेह। तो काफ़ी दिनों तो असी जो है गुरमत अनुसार कर्म फिलोसफी जी उसनों समझने का यतन कर रहे हैं। काफ़ी चीज़ां असी समझियां, इस दे बावजूद ਜਿਹੜੇ ਸਾਡੇ ਕਈਆਂ ਦੇ ਸੰਸਕਾਰ ਬਣੇ ਹੁੰਦੇ ਆ ਉਹ ਸਾਡਾ ਪਿੱਛਾ ਨਹੀਂ ਛੱਡਦੇ ਤੇ ਅਸੀਂ ਫਿਰ ਦੁਬਿਧਾ ਦੇ ਵਿੱਚ ਹੀ ਰਹਿੰਦੇ ਹਾਂ। ਤੋ ਜਿੰਨੀ ਵੀ ਅਸੀਂ ਗੱਲ ਕੀਤੀ ਹੈ ਗੁਰਬਾਣੀ ਤੇ ਆਧਾਰਿਤ ਕੀਤੀ ਹੈ, ਦੁਬਿਧਾ ਤਾਂ ਵੈਸੇ ਹੋਣੀ ਨਹੀਂ ਚਾਹੀਦੀ ਮਨ 'ਚ, ਪਰ ਫਿਰ ਵੀ ਕਈਆਂ ਦੇ ਮਨ 'ਚ ਦੁਬਿਧਾ ਆਉਂਦੀ ਹੈ। ਤੇ ਕੁਛ ਯਤਨ ਕਰਦੇ ਹਾਂ ਅਸੀਂ ਥੋੜ੍ਹਾ ਜਿਹਾ ਐਨਾਲਿਸਿਸ ਕਰਨੇ ਦਾ, ਜਿਹੜੀਆਂ ਚੀਜ਼ਾਂ ਦੀ ਖਾਸ ਤੌਰ 'ਤੇ ਦੁਬਿਧਾ ਪੈਦਾ ਹੋ ਰਹੀ ਹੈ। ਬਹੁਤ ਸਾਰੇ ਐਸੇ ਲੋਕ ਵੀ ਹੁੰਦੇ ਆ ਜਿਹੜੇ ਗੁਰਬਾਣੀ ਦੇ ਪ੍ਰਮਾਣ ਸੁਣ ਕੇ ਵੀ ਉਹ ਆਪਣੇ ਆਪ ਨੂੰ ਬਦਲਣੇ ਨੂੰ, ਆਪਣੀ ਵਿਚਾਰਧਾਰਾ ਨੂੰ ਬਦਲਣੇ ਨੂੰ ਤਿਆਰ ਨਹੀਂ ਹੁੰਦੇ। ਅਸੀਂ ਆਮ ਅਕਸਰ ਦੇਖਦੇ ਹਾਂ ਵੀ ਜਿਹੜੇ ਲੋਕ ਕਬਰਾਂ 'ਤੇ ਜਾਂਦੇ ਆ, ਅਸੀਂ ਦੇਖਿਆ ਅੰਮ੍ਰਿਤਧਾਰੀ ਬੰਦੇ ਜਿਹੜੇ ਆ ਕਬਰਾਂ 'ਤੇ ਜਾ ਰਹੇ ਆ, ਵਰਤ ਰੱਖਦੇ ਆ, ਹੋਰ ਵੀ ਕਈ ਤਰ੍ਹਾਂ ਦੇ ਕਰਮ ਕਾਂਡ ਫਸੇ ਹੋਏ ਆ। ਗੁਰਦੁਆਰਿਆਂ ਤੱਕ, ਤਖਤਾਂ ਤੱਕ ਤੇ ਆਰਤੀ ਹੋ ਰਹੀ ਹੈ, ਜਦ ਕਿ ਰੋਜ਼ਾਨਾ ਜਿਹੜਾ ਅਸੀਂ ਕੀਰਤਨ ਸੋਹਲੇ ਦੀ ਬਾਣੀ ਹਰ ਗੁਰਸਿੱਖ ਪੜ੍ਹਦਾ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਰਤੀ ਉਚਾਰਨ ਕੀਤੀ ਹੈ ਵੀ ਸ਼ਬਦ ਉਚਾਰਨ ਕੀਤਾ ਬਈ ਇਹ ਕੁਦਰਤ ਦੀ ਆਰਤੀ ਜਿਹੜੀ ਹੋ ਰਹੀ ਹੈ, ਤੇ ਉਹ ਉਸੇ ਆਰਤੀ ਦਾ ਖੰਡਨ ਕਰਨ ਲਈ ਆ, ਸਾਰਿਆਂ ਨੂੰ ਉਹਦੀ ਜਾਣਕਾਰੀ ਹੈ। ਉਸਦੇ ਬਾਵਜੂਦ ਜਿਹੜੇ ਆ ਲੋਕ ਦੀਵੇ ਬਾਲ ਕੇ ਥਾਲਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਘੁਮਾਉਣ ਲੱਗ ਜਾਂਦੇ ਆ। ਇਹ ਮੇਰੇ ਸਮਝ ਨਹੀਂ ਵੀ ਕੀ ਹੈ ਗੱਲ, ਹੈ ਨਾ। ਜਦ ਕਿ ਗੁਰਬਾਣੀ ਸਾਨੂੰ ਬਹੁਤ ਚੀਜ਼ਾਂ ਦਾ ਸਾਫ਼ ਉਪਦੇਸ਼ ਦੇ ਰਹੀ ਹੁੰਦੀ ਆ। ਪਿੱਛੇ ਜੇ ਦੇਖਿਆ ਵੀ ਤਪੱਸਿਆ ਬਾਰੇ ਬੜਾ ਵਿਵਾਦ ਪੈਦਾ ਹੋਇਆ, ਵੱਡੇ ਵੱਡੇ ਵਿਦਵਾਨ ਇਹਦੇ ਵਿੱਚ ਸ਼ਾਮਲ ਸਨ, ਤੇ ਬੜੀ ਕਿੰਨੀ ਹਾਸੋਹੀਣੀ ਗੱਲ ਹੈ ਵੀ ਜਿਹੜੇ ਗੁਰੂ ਨਾਨਕ ਸਾਹਿਬ ਆਪਣੀ ਉਮਰ ਦਾ ਬਹੁਤਾ ਹਿੱਸਾ ਤਪਸਵੀਆਂ ਨੂੰ ਸਮਝਾਉਂਦੇ ਰਹੇ, ਅੱਜ ਉਹਨਾਂ ਦੇ ਸਿੱਖ ਹੀ ਸਮਝਣ ਲਈ ਤਿਆਰ ਨਹੀਂ ਹਨ। ਇੱਥੋਂ ਤੱਕ ਕਿ ਸਿੱਧ ਗੋਸ਼ਟ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਔਰ ਇਹਨਾਂ ਵਿਦਵਾਨਾਂ ਨੇ ਉਹ ਪੜ੍ਹੀ ਹੋਈ ਹੈ। ਤੇ ਅਸੀਂ ਆਪਣੀ ਅਕਲ ਦਾ ਜਨਾਜ਼ਾ ਕਿਵੇਂ ਕੱਢ ਰਹੇ ਹਾਂ, ਪਰ ਸਾਡੇ ਜੇਕਰ ਕੋਈ ਸਾਡੇ 'ਤੇ ਚੁਟਕਲਾ ਬਣਾਵੇ ਤਾਂ ਫਿਰ ਸਾਨੂੰ ਗੁੱਸਾ ਆਉਂਦਾ ਹੈ। ਤਾਂ ਹੁਣ ਅਸੀਂ ਦੇਖਦੇ ਹਾਂ ਬਾਣੀ ਦੇ ਵਿੱਚ ਬੜੇ ਕਰਮ ਕਾਂਡ ਹੈ ਜਿਹੜੇ ਖੰਡਨ ਕੀਤਾ ਹੈ, ਪਰ ਅਸੀਂ ਮੰਨ ਰਹੇ ਹਾਂ। ਦੁਬਿਧਾ ਨਾ ਪੜੂ ਹਰ ਬਿਨ ਹੋਰ ਨਾ ਪੂਜੂ, ਮੜੇ ਮਸਾਨ ਨਾ ਜਾਈ। ਇੱਕ ਵਾਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਮੈਂ ਸੁਣਾ ਰਿਹਾ ਸੀ ਤੇ ਦੋ ਬੀਬੀਆਂ ਉੱਠੀਆਂ, ਸੰਗਤ 'ਚ ਉੱਠ ਕੇ ਚਲੇ ਗਈਆਂ, ਕਿਉਂਕਿ ਉਹ ਜਾਣ ਵਾਲੀਆਂ ਸੀਗੀਆਂ ਬੜੀਆਂ ਮਸਾਣੀਆਂ ਤੇ ਉਹਨਾਂ ਨੂੰ ਮਹਿਸੂਸ ਹੋਇਆ। ਤੇ ਅਸੀਂ ਦੇਖਦੇ ਹਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਤੀਸਰੀ ਅਸ਼ਟਪਦੀ ਦੀਆਂ 3 ਪੌੜੀਆਂ ਜਿਹੜੀਆਂ ਤਿੰਨੇ ਦੀਆਂ ਤਿੰਨੇ ਜਿਹੜੀਆਂ ਉਹ ਉਹਨਾਂ ਦੇ ਵਿੱਚ ਕਰਮ ਕਾਂਡਾਂ ਦਾ ਖੰਡਨ ਹੈ। ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਗਿਆਨ 9 ਖੰਡ ਪ੍ਰੀਤਨੀ ਫਿਰੇ ਸਿਰ ਦੀਵੇ ਮਹਾ ਉਦਾਸ ਤਪੀਸਰ ਦੀਵੇ। ਹੁਣ ਆ ਗਿਆ ਨਾ, ਉਹ ਵੱਡੇ ਤੋਂ ਵੱਡਾ ਤਪਸਵੀ ਬਣ ਜਾਏ, ਹੈ ਨਾ। ਮਨ ਕਾਮਨਾ ਤੀਰਥ ਤੇ ਛੁਟੇ ਕਰ ਗੁਮਾਨ ਨਾ ਮਨ ਤੇ ਉਠੇ, ਸੋਚ करे दिन सौ रात मन की मैल न तन ते जाते, इस देही को बहुत साधना करे, मन ते कबू न बिख्या ठहरे, जल तो वे बहुत देर नींद सुध कहाँ हुए काची नींद, मन हर के नाम की महिमा ऊंच, नानक गुजरे पतद बहुत मूच। तो नाम की गल ही है तिना पौड़ियां च भी, नाम सारियां तो उपर है। पाठ पढ़े और वेद विचारे निवल भंग साबे लंबा शब्द है जिहदे विच सारे कर्म कांडां दा खंडन कीता। हर बिना वर करिया बिरथे, जप तप संजम कर्म कमाने उरे मूसे। उरे कहते खोले जाते हैं, पुन दाम जप तप जीते सब ऊपर नाम, हर हर रसना जो जुपे तिस पूर्ण काम। एक तपसी बन में तप करे नित तीरथ वासा, आप न चीनस तामसी काहे भय उदासा। ये एक लंबा शब्द है, ये
ਵੀ ਖੰਡਨ ਕੀਤਾ ਕਾਫੀ ਚੀਜ਼ਾਂ ਦਾ, ਤੇ ਔਰ ਗ੍ਰਸਤੀ ਜਿਹੜੀ ਆ ਉਸ ਨੂੰ ਪ੍ਰਵਾਨ ਕੀਤਾ ਇਹਦੇ ਵਿੱਚ, ਹੈ ਨਾ। ਇੱਕ ਗ੍ਰਸਤੀਆਂ ਦੀ ਗੱਲ ਕੀਤੀ ਐਂਡ ਦੇ ਉੱਤੇ। ਤਪ ਕਰਤੇ ਤਪਸੀ ਭੁਲਾਏ, ਪੰਡਤ ਮੋਹੇ ਲੋਭ ਸੁਭਾਏ, ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਜਿਹੜੇ ਹਿਸਾਬ ਕਿਤਾਬ ਚ ਪੈਂਦੇ ਆ, ਚਲੀਏ ਕਰਦੇ ਆ, ਗਿਣਤੀਆਂ ਨਾਲ ਪਾਠ ਕਰਦੇ ਆ, ਇਹ ਉਹਨਾਂ ਲਈ ਆ। ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ, ਜਿਹੜੇ ਹਿਸਾਬ ਕਿਤਾਬ ਨਾਲ ਮਾਲਾ ਲੈ ਕੇ ਬੈਠੇ ਆ। ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਚੋਏ। ਇਹ ਵੀ ਆ, ਸੁੱਚਮਤਾ ਵੀ ਸਾਡੇ ਇੱਕ ਬੜਾ ਵੱਡਾ ਮਸਲਾ ਸਾਡੇ ਵਿੱਚ ਬਣਿਆ ਹੋਇਆ। ਤੇ ਇਹਦੀ ਜਿਹੜੀ ਆ ਆਪਾਂ ਦੇਖਦੇ ਹਾਂ ਵੀ ਗੁਰੂ ਨਾਨਕ ਸਾਹਿਬ ਦਾ ਜੋ ਜੀਵਨ ਆ ਉਹਦੇ ਵਿੱਚ ਆਪਾਂ ਸਾਖੀ ਵੀ ਜਾਣਦੇ ਹਾਂ ਵੀ ਕਿਵੇਂ ਇੱਕ ਵੈਸ਼ਨੋ ਸਾਧ ਦੇ ਕੋਲੋਂ ਅੱਗ ਲੈਣ ਲਈ ਗੁਰੂ ਨਾਨਕ ਸਾਹਿਬ ਨੇ ਭੇਜਿਆ ਹੈ ਮਰਦਾਨਾ ਜੀ ਨੂੰ, ਤੇ ਕਿਵੇਂ ਉਹ ਆਪਣਾ ਲੈ ਕੇ ਪਿੱਛੇ ਦੌੜਾ ਉਹਨਾਂ ਦੇ ਬਲਦੀ ਹੋਈ ਅੱਗ ਦਾ ਜੋ ਸੀ। ਤਾਂ ਭਾਵ ਇਹ ਆ ਵੀ ਇਹ ਸਾਰਾ ਜਾਣਕਾਰੀ ਹੈ, ਇਹ ਨਹੀਂ ਹੈ ਇਹਨਾਂ ਨੂੰ ਨਹੀਂ ਪਤਾ, ਜਾਣਕਾਰੀ ਸਾਰੀ ਕੁਛ ਹੈ। ਫਿਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ, ਮੈਨੂੰ ਨਹੀਂ ਸਮਝ ਆਉਂਦਾ। ਫਿਰ ਗੁਰਬਾਣੀ ਸਾਫ਼ ਜਿਹੜੀਆਂ ਗੱਲਾਂ ਦੱਸ ਰਹੀ ਹੈ, ਲਿਖ ਪੜ੍ਹਿਆ ਤੇਤਾ ਕੜਿਆ, ਸਾਰਾ ਇਹ ਜਾਣਦੇ ਆ ਸਾਰਾ ਕੁਛ, ਹੈ ਨਾ। ਫਿਰ ਤਪੱਸਿਆ ਦੱਸਿਆ ਵੀ ਕਿਹੜੀ ਆ, ਗੁਰ ਸੇਵਾ ਤਪਾ ਸਿਰ ਤਪਸਾਰ, ਹਰ ਜੀਓ ਮਨ ਵਸੇ ਸਭ ਦੁੱਖ ਵਿਸਾਰ ਨਹਾਰ। ਤਾਂ ਸਪਸ਼ਟ ਤੌਰ ਤੇ ਗੁਰਬਾਣੀ ਜਿਹੜੀ ਹੈ ਨਾ ਸਾਰੇ ਕਰਮ ਕੰਡਾਂ ਦਾ ਖੰਡਨ ਕਰ ਰਹੀ ਹੈ, ਪਰ ਅਸੀਂ ਫਿਰ ਵੀ ਨਹੀਂ ਮੰਨ ਰਹੇ। ਇੱਥੇ ਫਿਰ ਸਾਡੀ ਹਾਲਤ ਇਹ ਹੋ ਜਾਂਦੀ ਹੈ, ਸਵਾਲ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਤੇ ਇਹ ਸਾਡੀ ਪੋਜੀਸ਼ਨ ਫਿਰ ਬਣ ਜਾਂਦੀ ਹੈ, ਤੇ ਬਣੀ ਹੋਈ ਹੈ ਫਿਰ, ਹੈ ਨਾ। ਫਿਰ ਆਪਾਂ ਸੋਚਾਂ 'ਚ ਪੈ ਜਾਂਦੇ ਹਾਂ ਬਈ ਇਹ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ, ਹੈ ਨਾ। ਇਹ ਹੈ ਸਾਰੀ ਗੱਲ। ਮੇਰੇ ਪਾਸ ਮਰੀਜ਼ ਆਉਂਦੇ ਆ, ਜਦੋਂ ਉਹਨਾਂ ਨੂੰ ਦਵਾਈ ਸਮਝਾਓ, ਬਹੁਤ ਘੱਟ ਲੋਕਾਂ ਨੂੰ ਸਮਝ ਆਉਂਦੀ ਹੈ। ਤੇ ਅੰਗਰੇਜ਼ੀ ਦਵਾਈਆਂ ਵਾਲਿਆਂ ਨੇ ਤਾਂ ਹੁਣ ਸਮਝਾਉਣਾ ਹੀ ਛੱਡ ਦਿੱਤਾ, ਇਸ ਲਈ ਉਹਨਾਂ ਨੇ ਅਲੱਗ-ਅਲੱਗ ਲਿਫਾਫੇ ਬਣਾ ਕੇ ਦੇਣੇ ਸ਼ੁਰੂ ਕਰਤੇ ਆ। ਤਾਂ ਇਹ ਜਿਸ ਸਮੇਂ ਮੈਂ ਇਹ ਵਿਚਾਰ ਲਿਖ ਰਿਹਾ ਸੀਗਾ, ਇਹ 9/12/18 ਦੀ ਗੱਲ ਆ। ਉਸ ਸਮੇਂ ਗਿਆਨੀ ਰਣਜੀਤ ਸਿੰਘ ਜੀ ਦੱਸ ਰਹੇ ਆ ਕਿ ਅਸੀਂ ਕਰਮ ਕਾਂਡਾਂ ਨੂੰ ਹੀ ਧਰਮ ਸਮਝ ਲਿਆ ਹੈ। ਪ੍ਰਮਾਣ ਦਿੱਤਾ ਕਰਮ ਧਰਮ ਪਖੰਡ ਜੋ ਦਿਸੇ ਤਿਨ ਜਮ ਜਗਾਤੀ ਲੁੱਟੇ। ਤੇ ਤਿਲ ਕੇ ਮਾਣ ਦੀਆਂ ਗੱਲ ਵਿੱਚ ਗਵਾਚ ਗਏ ਹਨ। ਤੀਰ ਤਪ ਦਇਆ ਦਤ ਜਾਨ, ਜੇ ਕੋ ਪਾਵੇ ਤਿਲ ਕਾ ਮਾਨ। ਤੇ ਜਿਸ ਦੇ ਕੋਲ ਕਰਮ ਕਾਂਡ ਹੈ ਅਸੀਂ ਉਸ ਨੂੰ ਧਰਮੀ ਸਮਝਦੇ ਹਾਂ, ਜਿਸ ਕੋਲ ਧਰਮ ਗੁਣ ਹਨ ਉਸ ਨੂੰ ਧਰਮੀ ਨਹੀਂ ਸਮਝਦੇ। ਅਸਲ ਵਿੱਚ ਬਿਨ ਗੁਣ ਕੀਤੇ ਭਗਤ ਨਾ ਹੋਏ। ਤੋ ਇਹ ਵਿਚਾਰ ਜਿਹੜੀ ਆ ਗਿਆਨੀ ਰਣਜੀਤ ਸਿੰਘ ਹੋਣਾ ਨੇ ਕੀਤੀ ਹੈ, ਜਿਹੜੇ ਹੈਡ ਗ੍ਰੰਥੀ ਹੈਗੇ ਉੱਧਰ। ਤੋ ਮਾਲਾ ਸੰਬੰਧੀ ਵੀ ਉਹਨਾਂ ਨੇ ਵਿਚਾਰ ਕੀਤੀ ਹੈ, ਇਹ 9/12/18 ਨੂੰ, ਹੈ ਨਾ ਜੀ। ਤੇ ਤੋ ਕਰਮ ਫਿਲਾਸਫੀ ਨੂੰ ਸਮਝਣ ਲਈ ਅਸੀਂ ਬਹੁਤ ਸਾਰੀਆਂ ਜਿਹੜੀਆਂ ਮੁੱਢਲੀਆਂ ਜਾਣਕਾਰੀਆਂ ਲਈਆਂ। ਪੈਦਾ ਹੋਣ ਬਾਰੇ ਸਾਰੇ ਸਵਾਲਾਂ ਦੇ ਜਵਾਬ ਬਾਣੀ ਤੋਂ ਲਏ ਆ। ਬਾਣੀ ਵਿੱਚ ਆਪਾ ਵਿਰੋਧੀ ਵਿਚਾਰ ਨਹੀਂ ਹਨ, ਸਿਰਫ ਸਾਡੇ ਸਮਝਣ ਵਿੱਚ ਫਰਕ ਹੁੰਦਾ ਹੈ। ਪਹਿਲਾਂ ਅਸੀਂ ਮੰਨੀ ਜਾਂਦੀ ਕਰਮ ਫਿਲਾਸਫੀ ਨੂੰ ਸਮਝਿਆ ਕਿ ਜੀਵ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਜੂਨਾਂ ਵਿੱਚ ਪੈਂਦਾ ਹੈ ਜਾਂ ਜੂਨਾਂ ਤੋਂ ਮੁਕਤ ਹੋ ਜਾਂਦਾ ਤੇ ਮੋਕਸ਼ ਦੀ ਪ੍ਰਾਪਤੀ ਕਰਦਾ ਹੈ, ਇਹ ਮੰਨੀ ਜਾਂਦੀ ਹੈ ਜੋ ਕਰਮ ਫਿਲਾਸਫੀ। ਤੋ ਸਭ ਤੋਂ ਪਹਿਲਾਂ ਜੋ ਹੈ ਅਸੀਂ ਗੁਰੂ ਅਰਜਨ ਸਾਹਿਬ ਦਾ ਇਸ ਫਿਲਾਸਫੀ ਨੂੰ ਖੰਡਨ ਕਰਨ ਵਾਲਾ ਸ਼ਬਦ ਦੀ ਵਿਆਖਿਆ ਸਰਵਣ ਕੀਤੀ ਸੀ। ਜਬ ਕਛ ਨਾ ਸੀ ਉਹ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ, ਆਪਣਾ ਕੇ ਲਾਭ ਕਰ ਦੇਖੇ ਠਾਕਰ ਰਚਨ ਰਚਾਇਆ। ਆਖਰ ਤੇ ਆਇਆ ਸੀ ਜੀ ਜਨ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਿਆਈਏ, ਤੇਰੀ ਗਤ ਮੈਂ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ। ਗੁਰੂ ਸਾਹਿਬ ਕਹਿ ਰਹੇ ਹਨ ਕਿ ਜਦੋਂ ਅਜੇ ਸ੍ਰਿਸ਼ਟੀ ਨਹੀਂ ਸੀ ਬਣੀ ਉਸ ਸਮੇਂ ਜੋ ਜੀਵ ਪੈਦਾ ਹੋਏ ਸਨ ਉਹਨਾਂ ਨੇ ਕਿਹੜੇ ਕਰਮ ਕੀਤੇ ਸਨ ਜਿਸ ਕਾਰਨ ਉਹਨਾਂ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਇਆ ਗਿਆ, ਜਿਸ ਨੂੰ ਆਵਾਗਣ ਕਿਹਾ ਜਾਂਦਾ। ਇਸ ਤਰ੍ਹਾਂ ਨਾਲ ਜੇਕਰ ਅਸੀਂ ਸ੍ਰਿਸ਼ਟੀ ਅੰਦਰ ਮੌਜੂਦ ਸਾਰੇ ਜਾਨਵਰ, ਪੰਛੀ, ਦਰਖਤ, ਇਨਸਾਨ ਜਿੰਨੇ ਵੀ ਹਨ ਉਹਨਾਂ ਦੀ ਆਤਮਾ ਨੇ ਸਭ ਤੋਂ ਪਹਿਲਾਂ ਕੀ ਕਰਮ ਕੀਤੇ ਹਨ ਜਿਸ ਕਾਰਨ ਆਵਾਗਣ ਵਿੱਚ ਆਏ, ਇਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀਆਂ। ਕਿੰਨੀਆਂ ਆਤਮਾਵਾਂ ਹਨ ਦੇਖੋ ਨਾ। ਹੁਣ ਅੱਜ ਵੀ ਸੰਸਾਰ ਦੇ ਉੱਤੇ ਤੁਸੀਂ ਲਾਓ, ਇਸ ਸੰਸਾਰ ਤੇ ਪਹਿਲਾਂ ਤਾਂ ਆਦਮੀ ਲਾਓ, ਮਨੁੱਖ ਕਿੰਨੇ ਆ, ਠੀਕ ਹੈ ਜੀ। ਉਹ ਦਰਖਤ ਲਗਾਓ,
ठीक है। फिर जानवर लगाओ सारी तरह के, फिर समुद्री जानवर लगाओ, हर एक की अपनी अपनी आत्मा है ना। तो कितनियां अरबां खरबां हो गई आत्मावां इस चक्कर च जड़ियां पईयां। ये सब तो पहला इस चक्कर च किहड़े कारण पाईयां गईयां सी? गुरु साहब कहंदे क्यों पाईयां सी जे आत्मावां हैगियां तो किसी आत्मा नूं तां कहा जा सकदा भी चलो गलती नाल चलो आवागमन च पै गया, पर असंख्यां ही जीव आत्मा बारे तां गलती नहीं लग सकदी ना। ये है वड्डी गल। सो गुरु साहब सानू समझा रहे हैं कि मन्नी जाती फिलासफी ठीक नहीं है। ये सिर्फ परमेश्वर ही जानता है कि उसने सृष्टि की सिरजना किवें ते क्यों की। इस तो अगे जे असी फिर भी अपनी गल ते अड़ते हाँ तो ये साडी हमाकत होवेगी, गुरु साहब की हत्तक होवे, गुरु साहब की गल कीती हुई गल ते उत्ते किंतु करना होएगा। बेशक मैं यतन किया कि इंसान जिंदगी में जो करता है ये उसकी अपनी इच्छा है, क्योंकि असी इस गल नूं मनदे हाँ कि गुरबाणी अपनी कही हुई गल नहीं कढ़दी। इस करके एक पासा सानू सोचना पैंदा। जे असी कह दईए भी गुरबाणी अपनी गल नूं कटदी आ, फिर असीं दोने गल्लां मन्नी जाने हैं, ठीक है ना। फिर असीं ये भी कह सकते हैं भी परमात्मा सारा कुछ करा रहा बंदे को, ते दूसरे पासे ये भी कह सकते हैं भी इंसान तू गलती की है, तेरी गलती है। तो ज़्यादातर संगत ये गल सोचती है कि कल इन्होंने दसिया ही इंसान के अपने हथ में कुछ भी नहीं है, जो कुछ भी वो कर रहा है सब परमेश्वर आप करवा रहा है। इत्थों तक कि जिन्ना धर्म कर्म भी कर रहा है सब वाहिगुरु आप करवा रहा है, सब वाहिगुरु आप करवा रहा। पर दूसरे दिन वो ही ये कहता है कि जो इंसान तू धर्म कर्म करता है अपराधी है, पापी है। दोवें गल्लां जड़ियां ना, जो इंसान तू धर्म कर्म नहीं करता तो फिर तू अपराधी है, तू पापी है ना। तू क्योंकि धर्म कर्म नहीं करता या तू नास्तिक है, तू रब नूं नहीं मानता है। ते दोवें गल करन समय बेअंत बाणी दे प्रमाण भी दे दिते जांदे आ। एक दिन कहा जाता कि वेद शास्त्र नूं पढ़न नाल कुछ प्राप्त नहीं हुंदा, पर दूसरे दिन कहंदा वेदां में नाम उत्तम तो सुने नहीं फिरे जिउं बतालिया। तो इसके अर्थ बड़े आराम नाल सुणाउंदे हन कि वेद आदि धर्म ग्रंथां विच नाम की उपमा की है। सुनने वाले भी आराम नाल मान लेंदे हन, कोई भी नहीं सोचते भी कल ये उल्ट बोल रहा सी। तो इस तरह दीयां बेअंत उदाहरणां हन जिथे नाम जपण दा, सिमरन करन दा, रसना नाल जीव करना, सिमरन करन दा उपदेश दिता है, बेअंत प्रमाण सुना दिते जांदे हन। अते जिथे ये दसिया जांदा है मुख नाल जां जीव नाल नाम जपण नाल कुछ नहीं होना, जिन्नी देर नाम रूपी गुण हिरदे विच नहीं बसदे। तो अज जो है उस दिन भी दरबार साहब तो जिहड़े हुक्मनामे आए आ उन्हां दे विच भी यही गुणां दी गल कीती गई है, गुण हिरदे च वसाउने आ। तो मुखों हर हर सब को कहे विरले हिरदे वसाया, नानक जिनके हिरदे वसया मोख मुक्त तिन पाया। राम राम सब को कहे कया राम ना होए, राम राम करता सब जग फिरे राम ना पाया जाए। जिहड़े कीते गए अर्थां ते लोग किंतु करते हैं इसलिए क्योंकि प्रचारक इस गल ते जोर दे रहा है कि गुरबाणी अपनी गल कटदी नहीं है, उस विच दिती गई रमज जां अलंकार वजों वरते गए शब्दां दा अर्थ दसदा है, सुनने वाले नूं गलत लगदा है। हुण असीं देखदे हां कि कबीर साहब दी बाणी है। हुण देखो बाणी भी कल्ली कबीर साहब दी है, विचार आपा विरोधी लगते हैं पर बाणी अपनी गल नहीं कटदी। इस गल नूं ना भुल्लण वाले इसका विश्लेषण करके दसदे हैं, पर बहुते जिहड़े विश्लेषण नहीं करते, जिहड़ी चीज़ आ जाती है उसे ते जोर दे दिंदे। हुण आपां इह देखदे की गल्लां कहीआं। कहंदे कोई गावे को सुने हर नामा चित लाए, कहो कबीर संसा ने अंत परम गत पाए। हुण देखो भी कर्मकांडी लोग जिहड़े आ इसदा प्रचार बहुत करते हैं, सिर्फ जपना पढ़न जां गाउण तक ही सीमित रहिंदे हन। उदाहरण वजों सुणिया दीआं पौड़ियां दे प्रमाण भी दिंदे हन। गुरु साहब कहते हैं कि सुनने नाल तुहाडी आत्मिक अवस्था सीधा नाथां वाली हो जाती है, जो असल विच गलत अर्थ हैं।
ਕਿਉਂਕਿ ਉਹਨਾਂ ਦੀ ਅਵਸਥਾ ਜਿਹੜੀ ਸਿੱਧਾਨਾਥਾਂ ਦੀ ਅਵਸਥਾ, ਬਣੀ ਹੋਈ ਅਵਸਥਾ, ਜੋ ਉਹਨਾਂ ਦੀ ਸੋਚ ਹੈ, ਜੋ ਉਹਨਾਂ ਦੀ ਵਿਚਾਰਧਾਰਾ ਹੈ, ਉਸ ਵਿਚਾਰਧਾਰਾ ਨੂੰ ਬਦਲਣ ਲਈ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਬਾਣੀ ਤੱਕ ਉਚਾਰਨ ਕੀਤੀ ਹੋਈ ਹੈ। ਉੱਥੇ ਜਾ ਜਾ ਕੇ ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ, ਉਹਨਾਂ ਦੀ ਅਵਸਥਾ ਜਿਹੜੀ ਨਾ ਬਣੀ ਹੋਈ। ਤੇ ਇਹ ਕਿਵੇਂ ਕਹਿਣਗੇ ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹਦੀ ਅਵਸਥਾ ਸਿੱਧਾਂ ਔਰ ਨਾਥਾਂ ਵਾਲੀ ਬਣ ਜਾਏ। ਤੋ ਇਸ ਤਰੀਕੇ ਨਾਲ ਜਿਹੜਾ ਹੈ ਨਾ ਆਪਾਂ ਭਟਕ ਜਾਂਦੇ ਹਾਂ। ਤੇ ਇਹ ਹੈ ਵੀ ਸੁਣਨੇ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਸਿੱਧਨਾਥ ਜਿਹੜੇ ਆ, ਜਦੋਂ ਅਸੀਂ ਗੁਰਬਾਣੀ ਨੂੰ ਸੁਣਦੇ ਹਾਂ ਵੀ ਸਿੱਧਾਨਾਥਾਂ ਬਾਰੇ ਕੀ ਵਿਚਾਰ ਹੈ, ਗੁਰਬਾਣੀ ਦੀ, ਗੁਰਮਤਿ ਦੀ ਕੀ ਵਿਚਾਰ ਹੈ, ਇਹ ਪਤਾ ਲੱਗਦੀ ਹੈ ਸਾਨੂੰ। ਸੁਣਨੇ ਨਾਲ ਕੀ ਹੁੰਦਾ, ਸਾਨੂੰ ਜਾਣਕਾਰੀ ਮਿਲਦੀ। ਸੁਣਨੇ ਨਾਲ ਹੀ ਸਾਰੀ ਪ੍ਰਾਪਤੀ ਨਹੀਂ ਹੁੰਦੀ। ਸੁਣਨੇ ਨਾਲ ਸਿਰਫ ਜਦੋਂ ਕੋਈ ਸਾਨੂੰ ਗੱਲ ਸੁਣਾਉਂਦਾ, ਸਾਨੂੰ ਜਾਣਕਾਰੀ, ਸਾਡੀ ਨੌਲੇਜ ਵੱਧਦੀ ਆ। ਠੀਕ ਹੈ ਨਾ। ਨੌਲੇਜ ਵਧਣ ਨਾਲ ਫਿਰ ਸਾਡਾ ਐਟੀਚਿਊਡ ਬਦਲਦਾ, ਐਟੀਚਿਊਡ ਬਦਲਣ ਦੇ ਨਾਲ ਸਾਡਾ ਬਿਹੇਵੀਅਰ ਬਦਲਦਾ। ਗੱਲ ਆਣ ਕੇ ਬਿਹੇਵੀਅਰ ਤੇ ਹੋਣੀ ਹੈ ਨਾ। ਜਿੰਨੀ ਦੇਰ ਬਿਹੇਵੀਅਰ ਨਹੀਂ ਸਾਡਾ ਬਦਲਦਾ, ਉਨੀ ਦੇਰ ਉਹ ਸਾਡਾ ਸੁਣਿਆ ਵੀ ਜਿਹੜਾ ਉਹਦਾ ਕੋਈ ਲਾਭ ਨਹੀਂ ਹੈ। ਤੋ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੀਆਂ ਜਿਹੜੀਆਂ ਅਵਸਥਾਵਾਂ ਸੀਗੀਆਂ ਨਾ, ਉਹ ਅਵਸਥਾ ਨੂੰ ਸਹੀ ਨਹੀਂ ਕਿਹਾ ਉਹਨਾਂ ਨੇ ਕਿਹਾ ਨਹੀਂ, ਉਹ ਤੁਸੀਂ ਭਾਈ ਇੱਥੇ ਕੀ ਕਰਦੇ, ਸੰਸਾਰ 'ਚ ਜਾਓ, ਉੱਥੇ ਜਾ ਕੇ ਕੋਈ ਚੰਗੇ ਕੰਮ ਕਰੋ, ਕੋਈ ਲੋਕਾਂ ਨੂੰ ਗਾਈਡ ਕਰੋ, ਵਧੀਆ ਗੱਲਾਂ ਦੱਸੋ। ਵੀ ਤੁਹਾਡਾ ਇਹ ਵਿਦਵਾਨ ਜਿਹੜੇ ਆ, ਤੁਸੀਂ ਇੱਥੇ ਪਹਾੜਾਂ 'ਚ ਬੈਠੇ ਹੈ ਨਾ, ਸਿੱਧ ਛੱਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ ਨਾ। ਇਹ ਵੀ ਜਿਹੜਾ ਭਾਈ ਗੁਰਦਾਸ ਜੀ ਦੀਆਂ 12 ਸ਼ਬਦ ਆਉਂਦਾ। ਤੋ ਹੁਣ ਆਪਾਂ ਦੇਖੀਏ, ਹੁਣ ਦੂਸਰੀ ਜਿਹੜੀ ਪੰਕਤੀ ਇੱਕ ਅਸੀਂ ਉਹ ਵੀ ਇਹੀ ਸਰਵਣ ਕਰਦੇ ਹਾਂ, ਉਹ ਵੀ ਕਬੀਰ ਸਾਹਿਬ ਦੀ ਹੈ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ। ਇਹ ਵੀ ਆ। ਪਹਿਲਾ ਜਿਹੜਾ ਹੈ ਉਹ 335 ਅੰਗ ਤੇ ਹੈ, ਇਹ 655 ਅੰਗ ਤੇ ਹੈ। ਤੇ ਦੂਸਰੀ ਗੱਲ ਦੀ ਚਰਚਾ, ਬਾਣੀ ਤੋਂ ਗਿਆਨ ਲੈਣ ਵਾਲੇ ਪ੍ਰਚਾਰਕ ਕਰਦੇ ਹਨ। ਠੀਕ ਹੈ ਨਾ। ਇਹ ਇੱਕ ਗਰੁੱਪ ਹੈ ਜਿਹੜੇ ਗਿਆਨ ਦੀ ਗੱਲ ਕਰਦੇ ਆ। ਕਹਿੰਦੇ ਜਹਾਂ ਗਿਆਨ ਤਹਾਂ ਧਰਮ ਹੈ। ਤੋ ਇਹ ਫਿਰ ਪ੍ਰਮਾਣ ਦਿੰਦੇ ਆ ਨਾ, ਉਹ ਸੁਣਿਆ ਦਾ ਪ੍ਰਮਾਣ ਦਿੰਦੇ ਆ। ਤਾਂ ਇਹ ਫਿਰ ਹੋਰ ਦਿੰਦੇ ਆ, ਉਹ ਕੀ ਪ੍ਰਮਾਣ ਦਿੰਦੇ ਆ। ਕੋਈ ਕਾਵੇ ਨਾਦੀ ਬੇਦੀ ਬਹੁ ਭਾਂਡ ਕਰ, ਇਹ ਵਾਲਾ ਦੱਸਦੇ ਆ। ਪੜ੍ਹ ਪੜ੍ਹ ਗੱਡੀ ਲੱਦੀਆਂ ਵੀ ਦੱਸਦੇ ਆ। ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਵੀ ਦੱਸਦੇ ਆ। ਕੋਈ ਗਾਵੇ ਕੋ ਸੁਣੇ, ਕੋ ਕਰੇ ਵਿਚਾਰ, ਕੋ ਉਪਦੇਸੇ ਕੋ ਦ੍ਰਿੜੇ ਤਿਸ ਕਾ ਹੋਏ ਆਧਾਰ। ਤੋ ਇਹ ਦੱਸਦੇ ਆ। ਤੋ ਇਹ ਜਿਹੜਾ ਆਖਰੀ ਪ੍ਰਮਾਣ ਆਪਾਂ ਨੇ ਲਿਆ ਆ, ਇਹਦੇ 'ਚ ਕੀ ਹੈ, ਕੋਈ ਗਾਵੇ ਕੋ ਸੁਣੇ, ਕੋ ਕਰੇ ਵਿਚਾਰ, ਕੋ ਉਪਦੇਸੇ ਕੋ ਦ੍ਰਿੜੇ ਤਿਸ ਕਾ ਹੋਏ ਆਧਾਰ। ਇਸ ਵੇਲੇ ਗੁਰੂ ਸਾਹਿਬ ਨੇ ਫੈਸਲਾ ਦੇ ਦਿੱਤਾ ਕਿ ਕਿਹੜਾ ਠੀਕ ਹੈ ਨਾ। ਤੋ ਜਿਸ ਨੇ ਗੁਰਬਾਣੀ ਤੋਂ ਮਿਲਣ ਵਾਲੇ ਉਪਦੇਸ਼ ਨੂੰ ਦ੍ਰਿੜ ਕੀਤਾ, ਭਾਵ ਆਪਣੀ ਵਿਚਾਰਧਾਰਾ ਨੂੰ ਗੁਰਬਾਣੀ ਮੁਤਾਬਕ ਬਣਾ ਲਿਆ, ਉਸ ਦਾ ਹੀ ਵਿਕਾਰਾਂ ਤੋਂ ਛੁਟਕਾਰਾ ਹੋਣਾ ਹੈ। ਉਧਾਰ ਹੋਣੇ ਦਾ ਮਤਲਬ ਇਹ ਹੈ, ਵਿਕਾਰਾਂ ਤੋਂ ਛੁਟਕਾਰਾ ਹੋਣਾ। ਹੁਣ ਆਪਾਂ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਆਪਾਂ ਦੇਖਦੇ ਹਾਂ ਨਾ, ਆਮ ਸੁਣਦੇ ਵੀ ਹਾਂ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। 3-4 ਉਦਾਹਰਨਾਂ ਦਿੱਤੀਆਂ ਉਹਨਾਂ ਨੇ। ਤੇ ਆਖਰ ਦੇ ਵਿੱਚ ਜਿਹੜੀਆਂ ਪੰਕਤੀਆਂ ਉਹ ਕੀ ਕਹਿੰਦੇ, ਗਾਏ ਸੁਣੇ ਆਂਖੇ ਵਿੱਚ ਪਾਈਏ ਨਾ ਪਰਮ ਪਦ। ਗਾਉਣ ਨਾਲ, ਸੁਣਨੇ ਨਾਲ, ਅੱਖਾਂ ਬੰਦ ਕਰਕੇ ਸਿਰ ਘੁਮਾਉਣ ਦੇ ਨਾਲ ਤੁਹਾਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ ਹੋਣੀ। ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਏ। ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਤੇ ਜਿੰਨੀ ਦੇਰ ਜ਼ਿੰਦਗੀ 'ਚ ਕਮਾਈ ਨਹੀਂ ਕਰਦੇ, ਜਿੰਨੀ ਦੇਰ ਤੁਹਾਡਾ ਬਿਹੇਵੀਅਰ ਨਹੀਂ ਚੇਂਜ ਹੁੰਦਾ। ਤਾਂ ਇਸ ਤਰੀਕੇ ਨਾਲ ਗੁਰੂ ਦੀ ਵਿਚਾਰਧਾਰਾ ਜੋ ਦੋਗਲੀ ਗੱਲ ਨਹੀਂ ਕਰਦੀ, ਉਸ ਨੂੰ ਸਮਝਾਉਣ ਦੇ ਯਤਨ ਨੂੰ ਅਸੀਂ ਗਲਤ ਅਰਥ ਕਹਿ ਦਿੰਦੇ ਹਾਂ। ਹੁਣ ਜਿਹੜੇ ਤਾਂ ਪ੍ਰਚਾਰਕ ਹੈਗੇ ਉਹ ਦੋਗਲੀਆਂ ਗੱਲਾਂ ਸੁਣਾਈ ਜਾਂਦੇ, ਉਹਨਾਂ ਦੇ ਉੱਤੇ ਕੋਈ ਕਿੰਤੂ ਨਹੀਂ ਕਰਦਾ। ਜਿਹੜਾ ਬਈ ਇੱਕ ਵਾਰੀ ਉਹ ਇਹ ਕਹਿ ਦਿੰਦਾ ਬਈ ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਗਾਏ। ਤਾਂ ਉਹ ਇਹਦੇ ਬਾਰੇ ਦੱਸ ਦਿੰਦਾ ਤੇ ਅਸੀਂ ਉਹਦੇ ਬਾਰੇ ਜਕਾਰਾ ਬੁਲਾ ਦਿੰਦੇ। ਤੇ ਜਿਸ ਵੇਲੇ ਦੁਬਾਰਾ ਉਹ ਕਹਿ ਦਿੰਦਾ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਹੋਈ, ਫਿਰ ਅਸੀਂ ਜਕਾਰਾ ਬੁਲਾ ਦਿੰਦੇ ਹਾਂ। ਬਹੁਤ ਵਧੀਆ, ਠੀਕ ਹੈ। ਜਿਹੜਾ ਵਿਸ਼ਲੇਸ਼ਣ ਕਰਨ ਲੱਗ ਜਾਂਦਾ ਵੀ ਦੋਵਾਂ 'ਚੋਂ ਇੱਕ ਗੱਲ ਠੀਕ ਹੈਗੀ ਆ, ਇਹ ਆਪਾਂ ਵਿਰੋਧੀ ਗੱਲਾਂ ਇਹ ਦੋਨੇ, ਅਸੀਂ ਕਹਿੰਦੇ ਇਹ ਗਲਤ ਅਰਥ ਕਰਦਾ। ਜਿਹੜਾ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ ਵੀ ਅਸਲੀਅਤ ਕੀ ਹੈ, ਉਹ ਫਿਰ ਉਹਨੂੰ ਕਹਿ ਦਿੰਦੇ ਗਲਤ ਆ।
ਹੁਣ ਅਸੀਂ ਵੀ ਸਮਝਿਆ ਵੀ ਇੱਕ ਤਾਂ ਇਹ ਬੜੇ ਬੇਅੰਤ ਪ੍ਰਮਾਣ ਲੈ ਵੀ ਜੋ ਕੁਛ ਇਨਸਾਨ ਕੋਲੋਂ ਕਰਵਾਉਂਦਾ ਹੈ, ਜੋ ਉਹਦੀ ਮੱਤ ਹੈ, ਜੋ ਵੀ ਹੈ, ਉਹ ਸਾਰੇ ਦਾ ਸਾਰਾ ਪਰਮਾਤਮਾ ਦੇ ਵਸ ਹੈ, ਪਰਮਾਤਮਾ ਕਰਵਾ ਰਿਹਾ। ਠੀਕ ਹੈ ਜੀ। ਦੂਸਰੇ ਪਾਸੇ ਅਸੀਂ ਇਹ ਵੀ ਬਾਣੀ 'ਚ ਪੜ੍ਹਿਆ ਵੀ ਇਨਸਾਨ ਜਿਹੜੇ ਵੀ ਕਰਮ ਤੂੰ ਕਰ ਰਿਹਾ ਉਹਦਾ ਤੂੰ ਆਪ ਜ਼ਿੰਮੇਵਾਰ, ਜੋ ਕੁਛ ਤੂੰ ਕਰ ਰਿਹਾ ਉਹਦਾ ਆਪ ਜ਼ਿੰਮੇਵਾਰ। ਦੋਵਾਂ ਦੇ ਵਿੱਚੋਂ ਫਿਰ ਅਸੀਂ ਤੱਤ ਵੀ ਕੱਢ ਲਿਆ। ਤੇ ਜਿਹੜੇ ਤਾਂ ਦੋਗਲੀ ਗੱਲਾਂ ਕਰਨ ਵਾਲੇ ਆ ਉਹਨਾਂ ਦੇ ਕਿਸੇ ਨੇ ਕਿੰਤੂ ਨਹੀਂ ਕਰਨਾ। ਜਿਹੜੇ ਆਪਾਂ ਤੱਤ ਕੱਢ ਲਿਆ ਵੀ ਹਾਂ ਇਨਸਾਨ ਤੂੰ ਜ਼ਿੰਮੇਵਾਰ ਹੈ, ਅਸੀਂ ਇਹ ਤੱਤ ਕੱਢ ਲਿਆ। ਠੀਕ ਹੈ ਨਾ, ਵੀ ਜੋ ਵੀ ਤੂੰ ਕਰੇਗਾ ਉਹ ਤੂੰ ਤੇਰੀ ਜ਼ਿੰਮੇਵਾਰੀ ਹੈ। ਤੇ ਉਹਦੇ ਲਈ ਫਿਰ ਆਪਾਂ ਕਹਿ ਦਿੰਦੇ ਵੀ ਨਹੀਂ ਇਹ ਬੰਦਾ ਗਲਤ ਅਰਥ ਕਰ ਰਿਹਾ। ਤੋ ਇਹ ਜਿਹੜੀ ਗੱਲ ਆਪਾਂ ਜੇਕਰ ਪੁੱਛਦੇ ਹਾਂ ਕਿਸੇ ਨੂੰ ਤੇ ਸਵਾਲ ਪੁੱਛੀਏ ਤਾਂ ਦੋਗਲੀ ਗੱਲ ਕਿਉਂ ਕਰਦੇ ਹੋ, ਕਦੇ ਸੰਸਾਰ ਨੂੰ ਝੂਠ ਦੱਸਦੇ ਹੋ, ਕਦੇ ਸੱਚ ਦੱਸਦੇ ਹੋ, ਤੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਤੋ ਅਸੀਂ ਇਹਦਾ ਭੇਤ ਜਾਣਨ ਦਾ ਯਤਨ ਕਰਦੇ ਹਾਂ। ਪਰ ਜਿਹੜੇ ਦੋਵੇਂ ਗੱਲਾਂ ਕਰਦੇ ਹਨ, ਸੰਗਤ ਨਹੀਂ ਸੋਚਦੀ ਕਿ ਕੱਲ ਸਭ ਕੁਝ ਝੂਠ ਦੱਸਿਆ ਸੀ, ਅੱਜ ਸਭ ਕੁਝ ਸੱਚ ਦੱਸ ਰਿਹਾ। ਜਿਹੜਾ ਇਸਦਾ ਭੇਤ ਦੱਸਦੇ ਆ ਅਸੀਂ ਕਹਿ ਦਿੰਦੇ ਇਹ ਗੁਰਬਾਣੀ ਦੇ ਗਲਤ ਅਰਥ ਦੱਸ ਰਿਹਾ। ਠੀਕ ਹੈ ਨਾ, ਕਿਉਂਕਿ ਆਪਣੀ ਬੁੱਧੀ ਨਹੀਂ ਉਸ ਲੈਵਲ ਦੀ ਹੁੰਦੀ ਉੱਥੇ ਤੱਕ ਜਾਣ ਵਾਲੀ, ਅਸੀਂ ਕਹਿ ਦਿੰਦੇ ਗਲਤ ਹੈ। ਤੋ ਇਹ ਗੱਲ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਜੇਕਰ ਆਤਮਾ ਵੀ ਸਾਲਾਂ ਵੱਧੀ ਆਤਮਾ ਨੇ ਮਾਤਾ ਦੇ ਗਰਭ ਅੰਦਰ ਸਿਮਰਨ ਕੀਤਾ ਤਾਂ ਉਸ ਦਾ ਕਾਰਮਕ ਅਕਾਊਂਟ ਜਿਹੜਾ ਸੀਗਾ ਉਹ ਖਤਮ ਕਿਉਂ ਨਹੀਂ ਹੋਇਆ? ਜਦ ਕਿ ਬਾਣੀ ਦੇ ਵਿੱਚ ਲਿਖਿਆ ਬਈ ਜਿਹੜਾ ਸਿਮਰਨ ਕਰਦਾ ਉਹਦੇ ਸਾਰੇ ਪਾਪ ਜਿਹੜੇ ਆ ਧੋਤੇ ਜਾਂਦੇ। ਜੇ ਗਰਭ ਵਿੱਚ ਸਿਮਰਨ ਕਰਦੇ ਜੀਵ ਦੀ ਵਾਹਿਗੁਰੂ ਰੱਖਿਆ ਕਰਦਾ ਤਾਂ ਗਰਭਪਾਤ ਕਿਉਂ ਹੋ ਜਾਂਦਾ? ਜਾਂ ਡਾਕਟਰ ਕਿਵੇਂ ਭਰੂਣ ਹੱਤਿਆ ਕਰਦੇ ਹਨ? ਪਰਮਾਤਮਾ ਕਿਉਂ ਨਹੀਂ ਰੋਕਦਾ ਡਾਕਟਰ ਨੂੰ ਬਈ ਸਿਮਰਨ ਕਰ ਰਿਹਾ ਹੈ, ਮੈਂ ਰੱਖਿਆ ਕਰਨੀ ਹੈ? ਇਸ ਤਰ੍ਹਾਂ ਦੇ ਬੇਅੰਤ ਸਵਾਲ ਹਨ ਜਿਨ੍ਹਾਂ ਦਾ ਜਵਾਬ ਆਤਮਾ ਨੂੰ ਮੰਨਣ ਵਾਲਿਆਂ ਕੋਲੋਂ ਦੇ ਨਹੀਂ ਹੋਣਾ। ਸੋ ਸਾਧ ਸੰਗਤ ਜੀ, ਜਿਵੇਂ ਜਾਨਵਰ ਸਿਮਰਨ ਕਰ ਰਹੇ ਹਨ ਜਾਂ ਨਾਮ ਜਪ ਰਹੇ ਹਨ, ਉਸੇ ਤਰ੍ਹਾਂ ਹੀ ਮਾਂ ਦੇ ਗਰਭ ਵਿੱਚ ਪਲ ਰਿਹਾ ਬੱਚਾ ਸਿਮਰਨ ਕਰ ਰਿਹਾ ਜਾਂ ਨਾਮ ਜਪ ਰਿਹਾ। ਭਾਵ ਇਹ ਹੈ ਕਿ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ। ਇਸ ਲਈ ਗੁਰਬਾਣੀ ਵਿੱਚ ਜਿੱਥੇ ਰਸਨਾ ਜਾਂ ਮੁੱਖ ਨਾਲ ਨਾਮ ਜਪਣ ਦੀ ਗੱਲ ਕੀਤੀ ਹੈ ਉਸ ਦੀ ਰਮਜ ਹੈ, ਭਾਵ ਹੁਕਮ ਰਜਾਈ ਚੱਲਣਾ ਹੀ ਹੈ। ਤੋ ਨਾਮ ਤਾਂ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਜਪਿਆ ਜਾ ਰਿਹਾ ਸੀ। ਜੇਕਰ ਗੁਰਬਾਣੀ ਪੜ੍ਹੀਏ ਤਾਂ ਹਰ ਅੰਗ ਤੇ ਨਾਮ ਜਪਣ ਦਾ, ਸਿਮਰਨ ਦਾ ਹੀ ਉਪਦੇਸ਼ ਸਮਝ ਆਉਂਦਾ ਹੈ। ਇਹ ਅਸੀਂ ਸਾਰੇ ਮੰਨਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਜਪਣ ਤੇ ਪਹਿਲਾਂ ਤੋਂ ਜਪੇ ਜਾ ਰਹੇ ਨਾਮ ਵਿੱਚ ਅੰਤਰ ਹੈ। ਉਹ ਅੰਤਰ ਹੈ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਜਪਣ ਦੇ ਵਿੱਚ ਰਮਜ ਹੈ, ਭਾਵ ਨਾਮ ਰੂਪੀ ਗੁਣਾਂ ਨੂੰ ਹਿਰਦੇ ਵਿੱਚ ਗ੍ਰਹਿਣ ਕਰਨ ਦੀ ਰਮਜ ਹੈ, ਅਤੇ ਸਿਮਰਨ ਭਾਵ ਹੁਕਮ ਰਜਾਈ ਚੱਲਣ ਦਾ ਉਪਦੇਸ਼ ਹੈ। ਹੁਣ ਗੱਲ ਸਮਝਣੀ ਹੈ ਕਿ ਆਤਮਾ, ਜੀਵ ਆਤਮਾ ਜੋਤ ਕੀ ਹੈ। ਪਹਿਲਾਂ ਵੀ ਸਮਝਿਆ, ਯਤਨ ਕਰਦੇ ਹਾਂ ਕਿਉਂਕਿ ਸੰਗਤ ਦੇ ਵਿੱਚੋਂ ਇਹ ਆਇਆ ਸੀਗਾ ਵੀ ਇਹ ਸਾਨੂੰ ਦੁਬਾਰਾ ਦੱਸੋ। ਤੋ ਆਤਮਾ ਜੋ ਹੈ ਸੰਸਕ੍ਰਿਤ ਦੇ ਸ਼ਬਦ ਆਤਮ ਮਨ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਕਿ ਜਿਸ ਦੁਆਰਾ ਜਾਣੀਏ, ਗਿਆਨ ਦਾ ਆਧਾਰ ਰੂਪ, ਪ੍ਰਭੂ ਹੋਂਦ, ਜੋ ਹੋਰ ਸਭ ਹੁੰਦਾ ਹਸਤੀਆਂ ਦੀ ਜਿੰਦ ਜਾਨ ਹੈ, ਜੋ ਸਭ ਦਾ ਆਧਾਰ ਹੈ, ਜੋ ਸਭ ਦੇ ਘਟ ਘਟ ਵਿਰਾਜ ਕੇ ਹਰਕਤ ਦੇਣ ਵਾਲੀ ਹੈ। ਇਹ ਪ੍ਰਭੂ ਹੋਂਦ ਹੀ ਸਭ ਦੀ ਆਤਮਾ ਹੈ। ਇਸ ਅੰਦਰਲੀ ਪ੍ਰਭੂ ਹੋਂਦ ਅਤੇ ਬਾਹਰਲੀ ਹੋਂਦ ਵਿੱਚ ਕੋਈ ਫਰਕ ਨਹੀਂ ਹੈ। ਪ੍ਰਭੂ ਹੋਂਦ ਇੱਕ ਹੀ ਹੈ, ਇਸ ਦੇ ਵੱਖਰੇ ਹਿੱਸੇ ਨਹੀਂ ਕੀਤੇ ਜਾ ਸਕਦੇ। ਤੋ ਇਹ ਬੜੀ ਫਿਲਾਸਫੀਕਲ ਗੱਲਾਂ ਹੈਗੀਆਂ ਨੂੰ ਮੈਂ ਦੁਬਾਰਾ ਪੜ੍ਹਦਾ। ਗਿਆਨ ਦਾ ਆਧਾਰ ਰੂਪ, ਪ੍ਰਭੂ ਹੋਂਦ, ਜੋ ਹੋਰ ਸਭ ਹੁੰਦਾ ਹਸਤੀਆਂ ਦੀ ਜਿੰਦ ਜਾਨ ਹੈ, ਜੋ ਸਭ ਦਾ ਆਧਾਰ ਹੈ, ਜੋ ਸਭ ਦੇ ਘਟ ਘਟ ਵਿੱਚ ਵਿਰਾਜ ਕੇ ਹਰਕਤ ਦੇਣ ਵਾਲੀ ਹੈ। ਇਹ ਪ੍ਰਭੂ ਹੋਂਦ ਹੀ ਸਭ ਦੀ ਆਤਮਾ ਹੈ। ਇਸ ਅੰਦਰਲੀ ਪ੍ਰਭੂ ਹੋਂਦ ਅਤੇ ਬਾਹਰਲੀ ਹੋਂਦ ਵਿੱਚ ਕੋਈ ਫਰਕ ਨਹੀਂ ਹੈ। ਪ੍ਰਭੂ ਹੋਂਦ ਇੱਕ ਹੀ ਹੈ, ਇਸ ਦੇ ਵੱਖਰੇ ਹਿੱਸੇ ਨਹੀਂ ਕੀਤੇ ਜਾ ਸਕਦੇ।
गुरु रामदास जी का फरमान है, आत्म दियो दियो है आत्म, रस लागे पूज करीचे। प्रभु होंद आत्मा सब नूं चानण बख्शदा है, सब ज्ञानां दा आधार भी है। इहो ही आदि गुरु ओंकार है, जो शब्द रूप होके सारे वरत रहा है। आत्मा शब्द दूजा अर्थ है अपना आप, जिवें साडी होंद साडे आपे जां आपे भाव नूं जणाउंदी है, तिवें ही उक्त प्रभु होंद जिहनूं आत्मा कहा जांदा प्रभु दा आपा भाव ही है। तो ये गल्लां डूंघियां फिलोसफिकल हैगियां, इनूं जिहड़े ज़्यादा ज्ञानी वो समझ लैणगे। तो आम जनता दे जिहड़े जिग्यासू दे अंदर तां कोई एडी हुंदी नहीं गल। ये शरीरा मेरिया हर तुम्हें जोत रखी, तां तू जग में आया। तो इत्थे आण के ना मसला खड़ा हुंदा ज़्यादा लोकां दा। तो इहदे अर्थ की है, हुण ध्यान नाल ये भी सुन लईए। परमात्मा दे नियमां अनुसार जीवां विच चेतनता आउंदी है। ये शरीरा मेरिया हर तुम्हें जोत रखी, इहदा मतलब ये है कि परमात्मा दे नियमां अनुसार जीवां विच चेतनता आउंदी है। कोई जानवर है, कोई दरख्त हन, सारियां विच चेतनता परमात्मा दे नियमां अनुसार आउंदी है। परमात्मा दे नियम अनुसार ही चेतनता चली जाती है, इंसान की मौत हो जाती है। हर एक इंसान विच जोत रूप परमात्मा की होंद मौजूद है। इस तो अलावा जोत तो भाव गुरु ज्ञान भी है, गुण भी है। हुक्मी श्रेष्ठ साजियन ज्योति जोत मलाया, ज्योति हूँ सब चानना सतगुर शब्द सुनाया। सो गुरु सो सिख है भाई, जैसे ज्योति जोत मलाए। हर गुण गावे गुण संग्रह, ज्योति जोत मलाए। पुनर् जन्म नहीं जन संगत, ज्योति जोत मलाई। ये वैसे डिटेल च असीं समझ चुके हैं, एक बार असीं फिर पढ़ रहे हैं। ज्योति जोत समाणी पीतरता छोड़े माया के लाए, सर्व जोत रूप तेरा देखिया सगल पवन तेरी माया। मन तू जोत स्वरूप है अपना मूल पछान, तो मन ही है जोत स्वरूप। सब में जोत जोत है सोए, तिस दे चानण सब में चानण होए। तो एक आपां ये भी देखते हैं कि जोत हुआ जुगत साई सहकाया फिर पलटी। भाई गुरदास जी ने लिखा है ना, गुरु साहब के जिस वेले गुरु नानक साहब तो बाद गुरु अंगद देव जी आ गए, गुरु अर्जन साहब जी आ गए, तो उत्थे फिर ये लिखा उन्होंने भी जोत हुआ जुगत साई सहकाया फिर पलटी है। भाव ਇਹਦਾ मतलब ये है, ਜਿਹੜਾ मतलब अही पता की समझते, कोई दीवा जिहा जगदा ना, एक गुरु चों निकल के दूए गुरु च वड़ गया, आपां ऐ सोचते हैं। ऐदां नहीं है। उन्हां दी जिहड़ी विचारधारा ना, जिहड़ी एक गुरमत विचारधारा जिहड़ी गुरु नानक साहब लैके चले सीगे, उस नूं जोत कहा। जोत हुआ जुगत साई। तो जोत भी जिहड़ी सी उन्हां दी, ਉਹ ਉਹਨਾਂ ਨੇ ਗੁਰੂ ਅੰਗਦ ਸਾਹਿਬ 'ਚ ਟਕਾਈ ਆ। ਉਹਨਾਂ ਨੇ ਭਾਵ ਇਹ ਹੈ ਕਿ ਉਹਨਾਂ ਨੂੰ ਆਪਣੇ ਨਾਲ ਰੱਖ ਕੇ ਸਾਰੇ ਦਾ ਸਾਰਾ ਗਿਆਨ ਦਿੱਤਾ ਉਹਨਾਂ ਨੇ, ਵਿਚਾਰਧਾਰਾ ਗੁਰਮਤਿ ਦੀ ਦਿੱਤੀ ਆ ਉਹਨਾਂ ਨੂੰ। ਇਹ ਹੈ ਕਾਇਆ ਬਦਲ ਗਈ, ਪਰ ਉਹ ਜਿਹੜੀ ਵਿਚਾਰਧਾਰਾ ਸੀ ਗੁਰੂ ਨਾਨਕ ਸਾਹਿਬ ਦੀ, ਉਹ ਅੱਗੇ 10 ਗੁਰੂਆਂ ਦੇ ਵਿੱਚ ਤੇ ਚੱਲੀ ਹੈ, ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹੀ ਹੈ। ਜਿਵੇਂ ਅਸੀਂ ਦੇਖਦੇ ਹਾਂ ਨਾ, ਜਦੋਂ ਵਿਆਹ ਹੁੰਦਾ ਉੱਥੇ ਵੀ ਕਿਹਾ ਜਾਂਦਾ, ਧਨ ਪਰ ਇਹਨਾਂ ਆਖੀਆਂ ਨੂੰ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਪਰ ਕਹੀਏ ਸੋਏ। तो ये भी कहा जाता भी सिर्फ धन कहते इस्त्री नूं, फिर कहते आदमी, भी तीवें आदमी के इकट्ठे होने नाल बहन नाल बई असीं ये नहीं कह सकते भी ये वधिया एक जोड़ा है। वधिया जोड़ा कहते उन्होंने कहते एक जोत, भी जिन्हां दी विचारधारा एक चंगी विचारधारा जिहड़ी होवे। ये नहीं है भी घटिया विचारधारा वाले दो इकट्ठे हो जाण तां उन्हां नूं भी कहांगे भी वधिया, नहीं। ये जिहड़ी चंगी एक वधिया विचारधारा वाले जिन्हां दो शरीर इकट्ठे होंदे आ ते उन्हां नूं असीं कह दिंदे आ धन फिर कहीए सोए ना, उन्हां नूं कह सकदे आ। जिन्हां दे दोहां जिस्मां विचों इक्को आत्मा हो जाए, वो इस्त्री ते वो है पति। ये ज्ञानी साहब सिंह दे दर्पण दे विच लिखिया होया, पर असीं हुण समझ लिया भी मतलब की है। अंतर जोत निरंतर बाणी साचे साहब स्यों लिव लाई रहा। आत्म में राम, राम में आत्म, चीनस गुर विचारा। गुरु के शब्द द्वारा यह पता लगता। सब में जियो, जियो है सोई, घट घट रहा समाई।
ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ, ਸਹਿਜੇ ਸਹਿਜ ਸਮਾਈ। ਸਾਖਤ ਨਿਰਗੁਣ ਆਰਿਆ, ਆਪਣਾ ਮੂਲ ਪਛਾਣ, ਰਕਤ ਬਿੰਦ ਕਾ ਇਹ ਤਨ, ਅਗਨੀ ਪਾਸ ਪ੍ਰਾਣ। ਪੌਣੇ ਕੇ ਵਸ ਦੇਹਰੀ, ਮਸਤਕ ਸੱਚ ਨਿਸ਼ਾਨ। ਇਹ ਪੂਰਾ ਸ਼ਬਦ ਹੋਇਆ। तो मन तू ज्योत स्वरूप है, अपना मूल पहचान। मन ही जो है ज्योत स्वरूप है, इसका मूल परमात्मा जा हुक्म है। मन की है, मन शरीर का हिस्सा नहीं है। मन ना अनोटवी दे विच शरीर रचना विज्ञान दे विच किते नहीं पढ़ाया जाता। मन है ना, मन साडी सोच है, चेतनता है। जदों असीं अचेत हो जाते हाँ जां साडा मन सोचना बंद कर दिंदा है, सुत्या कौमां दे विच जे चल गया जां मरण उपरंत सोच बंद हुंदी है। पहलियां दोनों अवस्थावां विच शरीर काम कर रहा हुंदा है, इसलिए चेतनता दोबारा आ जाती है। पर मरण उपरंत चेतनता दोबारा नहीं आती है। सो शरीर की होंद नाल ही मन जोत जां चेतनता हुंदी है। जिवें पहलां भी गल कीती सी, जेकर आत्मा नाम की कोई चीज़ है तो ये मरे हुए शरीर नूं दोबारा भी चला सकती है, पर ऐसा नहीं है। सिर्फ कुछ देर साह रुकण नाल ही आदमी की मौत हो जाती है। नाल ही जिसनूं आत्मा कहा जाता, चेतनता भी मर जाती है। तो ये जिहड़ा ये सच हैगा, ये सच सानूं मनना पैना। नहीं मनते हाँ तां भी सच ने सच ही रहना है। तो ये जिहड़ा कर्म फिलोसफी है गुरमति, इहनूं असीं समझिया, जिहड़ी मन्नी जाती फिलोसफी वो भी समझी आ। बाकी देखांगे आने वाले दिनों के विच जे असीं दूसरे धर्म जिहड़े आ, जिहड़े कि हिंदुस्तान विच मन्नी जाती कर्म फिलोसफी नूं नहीं मनते, पर उन्हां दी विचारधारा की है, जिहड़े यतन करांगे हिंदुस्तान दे विच जिन्ने धर्म मन्ने जाते आ, उन्हां धर्मां दे बारे दे विच भी डिटेल नाल समझण दा यतन करांगे। भाव यह भी सारी जानकारी लैनी साडे लई जरूरी है। जिन्ने भी पैगंबर आए आ अज तक दुनिया दे विच, जिन्ने भी पैगंबर आए आ, उन्हां दे बारे विच ये लोकां ने कहा भी वो परमात्मा दा पैगाम लैके आए आ, ये गल कही है। पर असीं देखते हैं भी परमात्मा दा एक आ, असीं सारे मनते हैं भी परमात्मा एक आ, पर उन्होंने परमात्मा ने गुरु नानक साहब नूं कुछ होर समझाया। ते असीं देखते हैं भी ईसा मसीह नूं कुछ होर समझाया। ते असीं देखते हैं भी जिहड़े मुहम्मद साहब होए आ उन्हां नूं कुछ होर दस्सिया, ते जां होर धर्मां दे जिन्ने मुखी होए आ उन्हां नूं अलग अलग दस्सिया। तो इहदा की है, सवाल पैदा हुंदे ना बहुत सारियां गल्लां चों। ये भी एक सवाल पैदा हुंदा। संगत जी तुहाडे लई छड्ड रिहा, सारे सवालों के जवाब हुण है ना मेरे को दिते नहीं जाते, थोड़े थोड़े तुसीं भी लभो है ना। होइयां भुलां दी खिमा। वाहिगुरू जी का खालसा, वाहिगुरू जी की फतेह।